ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦੀ ਫਸਟ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਹਨਾਂ ਕਲਾਸਿਸ ਦੇ ਵਿੱਚ ਆਪਾਂ ਸਟੈਟਿਕ ਜੀਕੇ ਦਾ ਹਰ ਇੱਕ ਪੋਰਸ਼ਨ ਕਵਰ ਕਰਾਂਗੇ। ਤਾਂ ਜਿੰਨੇ ਵੀ ਸੈਸ਼ਨ ਆਪਣੇ ਅਪਲੋਡ ਹੋਣਗੇ, ਹਰ ਇੱਕ ਸੈਸ਼ਨ ਦੇ ਵਿੱਚ ਆਪਾਂ ਮਿਕਸ ਕੁਐਸਚਨ ਰੱਖਿਆ ਕਰਾਂਗੇ, ਜਿਹਦੇ ਵਿੱਚ ਪੋਲਿਟੀ, ਹਿਸਟਰੀ, ਜੋਗਰਾਫੀ, ਸਿਨੇਮਾ, ਸਾਇੰਸ, ਹਰ ਇੱਕ ਟੌਪਿਕ ਦੇ ਸਟੈਟਿਕ ਜੀਕੇ ਦਾ ਜਿੰਨੇ ਵੀ ਟੌਪਿਕ ਨੇ ਉਹਨਾਂ ਵਿੱਚੋਂ ਹਰ ਇੱਕ ਟੌਪਿਕ ਦੇ ਕੁਐਸਚਨ ਤੁਹਾਨੂੰ ਆਪਣੇ ਹਰ ਇੱਕ ਸੈਸ਼ਨ ਦੇ ਵਿੱਚ ਮਿਕਸ ਮਿਲਿਆ ਕਰਨਗੇ। ਠੀਕ ਹੈ ਜੀ, ਜਿਹਦੇ ਨਾਲ ਤੁਹਾਡਾ ਸਟੈਟਿਕ ਜੀਕੇ ਦਾ ਹਰ ਇੱਕ ਪੱਖ ਹੈ ਜਿਹੜਾ ਉਹ ਕਵਰ ਹੋ ਜਾਏਗਾ। ਤਾਂ ਅੱਜ ਆਪਣੀ ਪਹਿਲੀ ਕਲਾਸ ਹੈ। ਬੈਕ ਟੂ ਬੈਕ ਕਲਾਸਿਸ ਆਉਣਗੀਆਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸੁਬਾਹ 10 ਵਜੇ ਆਪਣੀ ਲੂਸੈਂਟ ਜੀਕੇ ਦੀ ਕਲਾਸ ਅਪਲੋਡ ਹੋਇਆ ਕਰੇਗੀ। ਜੇਕਰ ਤੁਸੀਂ ਆਪਣਾ ਸਟੈਟਿਕ ਜੀਕੇ ਦਾ ਪਾਰਟ ਪੱਕੇ ਤਰੀਕੇ ਨਾਲ ਕਵਰ ਕਰਨਾ ਚਾਹੁੰਦੇ ਹੋ, ਜਿਨ੍ਹਾਂ ਦੇ ਵਿੱਚੋਂ ਆਪਣੇ ਪੇਪਰਾਂ ਦੇ ਵਿੱਚ ਹਰ ਵਾਰ ਕੁਐਸਚਨ ਪੁੱਛੇ ਜਾਂਦੇ ਨੇ, ਅਤੇ ਸਟੈਟਿਕ ਪਾਰਟ ਹੈ। ਠੀਕ ਹੈ ਜੀ, ਸਟੈਟਿਕ ਦਾ ਮਤਲਬ ਹੁੰਦਾ ਸਥਿਰ, ਜਿਹੜੀ ਚੀਜ਼ ਕਦੇ ਚੇਂਜ ਨਹੀਂ ਹੁੰਦੀ, ਜਿਹੜੀ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਤਾਂ ਸਟੈਟਿਕ ਜੀਕੇ ਦਾ ਹਰ ਇੱਕ ਪੱਖ ਆਪਾਂ ਆਪਣੇ ਸੈਸ਼ਨ ਦੇ ਵਿੱਚ ਕਲੀਅਰ ਕਰਿਆ ਕਰਾਂਗੇ। ਤਾਂ ਜੇਕਰ ਤੁਸੀਂ ਜੀਕੇ ਦੇ ਮਹਾਰਥੀ ਬਣਨਾ ਚਾਹੁੰਦੇ ਹੋ, ਜੀਕੇ ਦੇ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹੋ, ਵਧੀਆ ਤਰੀਕੇ ਨਾਲ ਆਪਣਾ ਸਕੋਰ ਕਰਨਾ ਚਾਹੁੰਦੇ ਹੋ, ਤਾਂ ਆਪਣਾ ਹਰ ਇੱਕ ਸੈਸ਼ਨ ਤੁਸੀਂ ਅਟੈਂਡ ਕਰਿਆ ਕਰੋ। ਤੁਹਾਡਾ ਜੀਕੇ ਦਾ ਇੱਕ ਇੱਕ ਕੁਐਸਚਨ ਆਪਾਂ ਇਹਨਾਂ ਸੈਸ਼ਨ ਦੇ ਵਿੱਚ ਕਵਰ ਕਰਾਂਗੇ। ਤਾਂ ਅੱਜ ਆਪਾਂ ਪਹਿਲੀ ਕਲਾਸ ਲੈ ਕੇ ਹਾਜ਼ਰ ਹੋਏ ਹਾਂ, ਫਸਟ ਕਲਾਸ ਲੂਸੈਂਟ ਜੀਕੇ ਦੀ। ਇਸ ਤੋਂ ਬਾਅਦ ਬੈਕ ਟੂ ਬੈਕ ਕਲਾਸਿਸ ਆਉਣਗੀਆਂ। ਠੀਕ ਹੈ ਜੀ, ਤਾਂ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਵੀ ਤੁਹਾਨੂੰ ਮਿਕਸ ਕੁਐਸਚਨ ਦੇਖਣ ਨੂੰ ਮਿਲਣਗੇ, ਜਿਹਦੇ ਨਾਲ ਤੁਹਾਡੀ ਪੋਲਿਟੀ, ਹਿਸਟਰੀ, ਜੋਗਰਾਫੀ ਅਤੇ ਜਿੰਨੇ ਵੀ ਕੁਐਸਚਨ ਆਪਣੀ ਸਟੈਟਿਕ ਜੀਕੇ 'ਚੋਂ ਬਣਦੇ ਨੇ, ਉਹ ਹਰ ਇੱਕ ਪੱਖ ਆਪਾਂ ਇਸ ਸੈਸ਼ਨ ਦੇ ਵਿੱਚ ਕਲੀਅਰ ਕਰਾਂਗੇ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ, ਅੱਜ ਦੇ ਪਹਿਲੇ ਕੁਐਸਚਨ ਤੋਂ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ? ਵਰਲਡ ਇਨਵਾਇਰਨਮੈਂਟ ਡੇ ਇਜ਼ ਸੈਲੀਬ੍ਰੇਟਡ ਔਨ 5 ਮਾਰਚ, 5 ਜੂਨ, 5 ਮਈ ਜਾਂ 5 ਅਪ੍ਰੈਲ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। 5 ਜੂਨ ਨੂੰ ਆਪਾਂ ਮਨਾਉਂਦੇ ਹਾਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਵਾਤਾਵਰਣ ਦਿਵਸ ਮਤਲਬ, ਠੀਕ ਹੈ ਜੀ, ਵਾਤਾਵਰਣ ਦਿਵਸ ਦੇ ਵਿੱਚ ਆਪਾਂ ਆਪਣੇ ਟਰੀਜ਼ ਬਾਰੇ ਗੱਲ ਕਰਦੇ ਹਾਂ। ਠੀਕ ਹੈ ਜੀ, ਆਪਾਂ ਕਿ ਵੱਧ ਤੋਂ ਵੱਧ ਆਪਾਂ ਨੂੰ ਦਰਖਤ ਲਗਾਉਣੇ ਚਾਹੀਦੇ ਨੇ, ਆਪਣੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ, ਪੋਲਿਊਸ਼ਨ ਨਹੀਂ ਕਰਨਾ ਚਾਹੀਦਾ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਨਾਲ ਨਾਲ ਆਪਾਂ ਇਹ ਨਹੀਂ ਕਿ ਆਪਾਂ ਇਕੱਲੇ ਕੁਐਸਚਨ ਹੀ ਆਪਾਂ ਕਵਰ ਕਰਨੇ ਆ, ਕੁਐਸਚਨ ਦੇ ਨਾਲ ਨਾਲ ਜਿੰਨੇ ਵੀ ਫੈਕਟ ਹੋਣਗੇ ਉਹ ਆਪਾਂ ਕਲੀਅਰ ਕਰਵਾਉਣੇ ਆ। ਵੈਸੇ ਤਾਂ ਆਪਣੇ ਸੈਸ਼ਨ ਦੇ ਵਿੱਚ 15 ਕੁਐਸਚਨ ਹੋਣਗੇ, ਬਟ 15 ਦੇ ਨਾਲ ਨਾਲ ਆਪਾਂ 30 ਤੋਂ 35 ਕੁਐਸਚਨ ਆਪਾਂ ਕਵਰ ਕਰਨੇ ਆ, ਜਿਹਦੇ ਨਾਲ ਆਪਾਂ ਹਰ ਇੱਕ ਫੈਕਟ, ਜੇ ਇੱਕ ਕੁਐਸਚਨ ਨਾਲ 2 ਫੈਕਟ ਨੇ ਤਾਂ 2 ਵੀ ਆਪਾਂ ਕਲੀਅਰ ਕਰਿਆ ਕਰਾਂਗੇ, ਜੇਕਰ ਇੱਕ ਫੈਕਟ ਆ ਤਾਂ ਇੱਕ ਵੀ ਆਪਾਂ ਕਲੀਅਰ ਕਰਿਆ ਕਰਾਂਗੇ। ਠੀਕ ਹੈ ਜੀ, ਤਾਂ ਜਿਵੇਂ ਕਿ ਇਹਦੇ ਨਾਲ ਰਿਲੇਟਡ ਫੈਕਟ ਹੈ, ਆਨਸਰ ਨੰਬਰ 2 ਆਊਗਾ। 5 ਜੂਨ ਨੂੰ ਆਪਣਾ ਵਰਲਡ ਇਨਵਾਇਰਨਮੈਂਟ ਡੇ ਹੈ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤਾਂ ਇਸ ਵਾਰ ਦਾ ਇਹਦਾ ਥੀਮ ਕੀ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਹ ਆਪਣਾ ਕਰੰਟ ਪੋਰਸ਼ਨ ਵੀ ਇਹਦੇ 'ਚ ਤੁਹਾਡਾ ਕਲੀਅਰ ਹੋਇਆ ਕਰੂਗਾ। ਠੀਕ ਹੈ ਜੀ, ਤਾਂ ਇਸ ਵਾਰ ਦਾ ਥੀਮ ਕੀ ਹੈ? ਬੀਟ ਪਲਾਸਟਿਕ। ਠੀਕ ਹੈ ਜੀ, ਜਿਹੜੇ ਆਪਾਂ ਪਲਾਸਟਿਕ ਦਾ ਯੂਜ਼ ਕਰ ਰਹੇ ਹਾਂ, ਉਹ ਕਹਿੰਦੇ ਵੀ ਇਹਦਾ ਯੂਜ਼ ਆਪਾਂ ਘਟਾਈਏ। ਠੀਕ ਹੈ ਜੀ, ਤਾਂ ਬੀਟ ਪਲਾਸਟਿਕ ਇਹਦਾ ਜਿਹੜਾ ਹੈ ਅੱਜ 2023 ਦਾ ਥੀਮ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ 5 ਜੂਨ ਨੂੰ ਆਪਣਾ ਵਰਲਡ ਇਨਵਾਇਰਨਮੈਂਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਅਤੇ ਥੀਮ ਹੈ ਇਹਦਾ ਬੀਟ ਪਲਾਸਟਿਕ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ? ਵੇਅਰ ਇਜ਼ ਦੀ ਹੈੱਡਕੁਆਟਰ ਆਫ ਸਾਰਕ? ਕਾਠਮੰਡੂ, ਢਾਕਾ, ਲਖਨਊ ਜਾਂ ਇਲਾਹਾਬਾਦ? ਤਾਂ ਸਾਰਕ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਰਕ ਇੱਕ ਬਹੁਤ ਇੰਪੋਰਟੈਂਟ ਐਸੋਸੀਏਸ਼ਨ ਹੈ। ਠੀਕ ਹੈ ਜੀ, ਤਾਂ ਇਹ ਆਪਣੀ ਸਾਊਥ ਏਸ਼ੀਅਨ ਜਿਹੜੇ ਆਪਣੇ ਦੇਸ਼ ਆ ਗਏ, ਇਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ। ਕਾਠਮੰਡੂ ਹੈ, ਇਹ ਨੇਪਾਲ ਦੇ ਵਿੱਚ ਹੈ। ਠੀਕ ਹੈ ਜੀ, ਕਾਠਮੰਡੂ ਕਿੱਥੇ ਹੈ? ਨੇਪਾਲ ਦੇ ਵਿੱਚ ਹੈ, ਤੁਸੀਂ ਯਾਦ ਰੱਖਣਾ ਹੈ। ਤਾਂ ਕਾਠਮੰਡੂ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਠੀਕ ਹੈ ਜੀ, ਤਾਂ ਕਾਠਮੰਡੂ, ਨੇਪਾਲ। ਤਾਂ ਆਨਸਰ ਨੰਬਰ 1 ਆਊਗਾ। ਤਾਂ ਇਹਦੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਨੇ ਉਹ ਵੀ ਮੈਂ ਇੱਥੇ ਨੀਚੇ ਕਲੀਅਰ ਕਰਵਾਏ ਨੇ। ਸਭ ਤੋਂ ਪਹਿਲਾਂ ਤਾਂ ਕਾਠਮੰਡੂ ਹੈ ਜਿਹੜਾ ਇਹ ਨੇਪਾਲ ਦੇ ਵਿੱਚ ਹੈ, ਅਤੇ ਇਹਦੀ ਫੁੱਲ ਫਾਰਮ ਤੁਸੀਂ ਜ਼ਰੂਰ ਯਾਦ ਰੱਖਣੀ। ਕਈ ਵਾਰ ਇਹਦੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਠੀਕ ਹੈ ਜੀ, ਤਾਂ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਆਪਣੇ ਸਾਊਥ ਏਸ਼ੀਅਨ ਜਿੰਨੇ ਵੀ ਦੇਸ਼ ਨੇ, ਕੰਟਰੀਜ਼ ਨੇ, ਤਾਂ ਇਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ।
ਤਾਂ ਇਹ ਤੁਸੀਂ ਯਾਦ ਰੱਖਣਾ ਇਹਦੀ ਫੁੱਲ ਫਾਰਮ। ਤਾਂ ਇਸਟੈਬਲਿਸ਼ਮੈਂਟ ਕਈ ਵਾਰੀ ਇਹਦੀ ਪੁੱਛ ਲੈਂਦੇ ਨੇ ਕਿ ਦੱਸੋ ਸਾਰਕ ਦੀ ਇਸਟੈਬਲਿਸ਼ਮੈਂਟ ਕਦੋਂ ਹੋਈ, ਤਾਂ 8 ਦਸੰਬਰ 1985 ਨੂੰ ਇਹਦੀ ਇਸਟੈਬਲਿਸ਼ਮੈਂਟ ਹੋਈ। ਤੇ ਪਹਿਲਾ ਸਮਿਟ ਇਹਦਾ ਕਿੱਥੇ ਹੋਇਆ? ਪਹਿਲਾ ਸਮਿਟ ਇਹਦਾ ਹੋਇਆ ਢਾਕਾ ਦੇ ਵਿੱਚ, ਠੀਕ ਹੈ ਜੀ। ਤਾਂ ਪਹਿਲਾ ਸਮਿਟ ਇਹਦਾ ਪਹਿਲੀ ਮਤਲਬ ਮੀਟਿੰਗ ਕਹਿ ਸਕਦੇ ਆਪਾਂ, ਤਾਂ ਉਹ ਕਿੱਥੇ ਹੋਈ? ਢਾਕਾ। ਢਾਕਾ ਕਿੱਥੇ ਹੈ? ਬੰਗਲਾਦੇਸ਼ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ। ਬੰਗਲਾਦੇਸ਼ ਦੀ ਰਾਜਧਾਨੀ ਹੈ ਢਾਕਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਭਾਰਤ ਵਿੱਚ ਮਹਾਤਮਾ ਗਾਂਧੀ ਜੀ ਦਾ ਪਹਿਲਾ ਸੱਤਿਆਗ੍ਰਹਿ ਕਿਹੜਾ ਸੀ? ਵਿਚ ਵਾਜ ਦੀ ਫਸਟ ਸੱਤਿਆਗ੍ਰਹਿ ਲੈਡ ਬਾਏ ਮਹਾਤਮਾ ਗਾਂਧੀ ਇਨ ਇੰਡੀਆ, ਠੀਕ ਹੈ ਜੀ। ਕਿਉਂਕਿ ਸੱਤਿਆਗ੍ਰਹਿ ਤਾਂ ਮਹਾਤਮਾ ਗਾਂਧੀ ਨੇ ਸਾਊਥ ਅਫਰੀਕਾ 'ਚ ਵੀ ਕੀਤੇ ਨੇ, ਬਟ ਇੰਡੀਆ 'ਚ ਕਦੋਂ ਆਏ ਸੀ ਮਹਾਤਮਾ ਗਾਂਧੀ ਜੀ? ਠੀਕ ਹੈ ਜੀ। ਤਾਂ 1915 'ਚ ਆਪਣੇ ਇੰਡੀਆ 'ਚ ਆਏ ਸੀਗੇ, ਠੀਕ ਹੈ ਜੀ। ਤਾਂ 1915 'ਚ ਮਹਾਤਮਾ ਗਾਂਧੀ ਆਪਣੇ ਇੰਡੀਆ ਦੇ ਵਿੱਚ ਆ ਗਏ ਸੀ। ਤਾਂ ਪਹਿਲਾ ਸੱਤਿਆਗ੍ਰਹਿ ਇਹਨਾਂ ਨੇ ਕਿਹੜਾ ਕੀਤਾ? ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ। ਸਟੈਟਿਕ ਜੀਕੇ ਦੇ ਹਰ ਇੱਕ ਕੁਐਸਚਨ ਹੀ ਹਰ ਵਾਰ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ ਲੈਕ ਕਰ ਜਾਂਦੇ ਹਾਂ ਕਿਉਂਕਿ ਆਪਾਂ ਸਟੈਟਿਕ ਜੀਕੇ ਕਵਰ ਹੀ ਨਹੀਂ ਕਰਦੇ, ਠੀਕ ਹੈ। ਬਾਕੀ ਆਪਾਂ ਸਾਰੇ ਪੋਰਸ਼ਨ ਕਵਰ ਕਰ ਲੈਂਦੇ ਹਾਂ, ਬਟ ਸਟੈਟਿਕ ਜੀਕੇ ਕਵਰ ਕਰਨੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਇਹ ਤਾਂ ਆਪਣਾ ਹਜੇ ਪਹਿਲਾ ਸੈਸ਼ਨ ਹੈ, ਤਾਂ ਅਗਲੇ ਜਿੰਨੇ ਵੀ ਆਪਣੇ ਸੈਸ਼ਨ ਆਉਣਗੇ ਤੁਹਾਡੇ ਸਟੈਟਿਕ ਜੀਕੇ ਦਾ ਹਰ ਇੱਕ ਪੱਖ ਆਪਾਂ ਇਹਦੇ ਵਿੱਚ ਕਲੀਅਰ ਕਰਵਾਉਣਾ, ਠੀਕ ਹੈ ਜੀ। ਤਾਂ ਵਿਟਾਮਿਨਸ ਬਾਰੇ, ਜਿੰਨੇ ਆਪਣੇ ਗ੍ਰਹਿ ਨੇ, ਉਪਗ੍ਰਹਿ ਨੇ, ਠੀਕ ਹੈ ਜੀ, ਸਾਰਿਆਂ ਬਾਰੇ ਆਪਾਂ ਇੱਕ ਇੱਕ ਫੈਕਟ ਇਹਦੇ ਵਿੱਚ ਆਪਾਂ ਕਵਰ ਕਰਾਂਗੇ। ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਚੰਪਾਰਨ ਸੱਤਿਆਗ੍ਰਹਿ ਹੋਇਆ ਸੀ। ਚੰਪਾਰਨ ਕਿੱਥੇ ਹੈਗਾ? ਬਿਹਾਰ ਦੇ ਵਿੱਚ ਹੈ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2, ਆਨਸਰ ਨੰਬਰ 2 ਆਉਣਾ ਇਹਦਾ, ਠੀਕ ਹੈ ਜੀ। ਤਾਂ ਆਨਸਰ ਨੰਬਰ ਇੱਥੇ 1 ਟਿਕ ਹੋ ਗਿਆ। ਅਹਿਮਦਾਬਾਦ ਨਹੀਂ ਹੈਗਾ, ਅਹਿਮਦਾਬਾਦ ਨਹੀਂ ਹੈਗਾ। ਆਨਸਰ ਨੰਬਰ 2 ਆਉਣਾ। ਇਹ ਤੁਸੀਂ ਸਹੀ ਕਰ ਲਿਓ। ਆਨਸਰ ਨੰਬਰ 2 ਆਉਣਾ ਇੱਥੇ। 1917 'ਚ ਹੋਇਆ ਸੀ ਚੰਪਾਰਨ ਸੱਤਿਆਗ੍ਰਹਿ। ਚੰਪਾਰਨ ਕਿੱਥੇ ਹੈ? ਬਿਹਾਰ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਚੰਪਾਰਨ ਸੱਤਿਆਗ੍ਰਹਿ ਦਾ ਜਿਹੜਾ ਹੋਇਆ ਸੀ ਆਪਣੇ ਗਾਂਧੀ ਜੀ ਨੇ ਕੀਤਾ ਸੀ, ਕਿਉਂਕਿ 1915 ਦੇ ਵਿੱਚ ਤਾਂ ਇਹ ਆਈ ਸੀ, ਅਤੇ 1915 ਤੋਂ ਬਾਅਦ ਇਹਨਾਂ ਨੇ 1917 ਦੇ ਵਿੱਚ ਆਪਣੇ ਸੱਤਿਆਗ੍ਰਹਿ ਲਾਂਚ ਕਰਨੇ ਸਟਾਰਟ ਕਰਤੇ ਸੀ। ਤਾਂ 1917 ਦੇ ਵਿੱਚ ਕਰਿਆ ਸੀ ਇਹਨਾਂ ਨੇ ਚੰਪਾਰਨ ਸੱਤਿਆਗ੍ਰਹਿ ਬਿਹਾਰ ਦੇ ਵਿੱਚ 1917। ਇਹ ਤੁਸੀਂ ਯਾਦ ਰੱਖਣਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਕਿਹੜੇ ਗ੍ਰਹਿ ਨੂੰ ਧਰਤੀ ਦੀ ਭੈਣ ਕਿਹਾ ਜਾਂਦਾ ਹੈ? ਵਿਚ ਪਲੈਨਟ ਇਜ਼ ਕਾਲਡ ਸਿਸਟਰ ਆਫ ਅਰਥ? ਮਾਰਸ, ਸੈਟਰਨ, ਵੀਨਸ ਜਾਂ ਜੁਪੀਟਰ? ਤਾਂ ਉਹ ਕਿਹੜਾ ਗ੍ਰਹਿ ਜਿਹਨੂੰ ਧਰਤੀ ਦੀ ਸਿਸਟਰ ਕਿਹਾ ਜਾਂਦਾ? ਕਿਉਂਕਿ ਇਹ ਧਰਤੀ ਵਾਂਗੂ ਹੈ, ਦੇਖਣ ਨੂੰ ਇਹ ਧਰਤੀ ਵਾਂਗੂ ਹੀ ਲੱਗਦਾ ਹੈ, ਠੀਕ ਹੈ ਜੀ। ਤਾਂ ਟਵਿਨ ਸਿਸਟਰ ਵੀ ਕਹਿ ਦਿੰਦੇ ਨੇ, ਕਈ ਵਾਰੀ ਜੁੜਵਾ ਭੈਣ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਟਵਿਨ ਸਿਸਟਰ ਵੀ ਕਹਿੰਦੇ ਨੇ। ਇਹ ਮਤਲਬ ਸ਼ਬਦਾਂ ਦਾ ਹੀ ਇੱਕ ਖੇਡ ਹੁੰਦੀ ਹੈ ਜਿਹੜਾ ਕਿ ਐਗਜ਼ਾਮੀਨਰ ਤੁਹਾਨੂੰ ਉਲਝਾਉਂਦਾ ਹੈਗਾ। ਤਾਂ ਟਵਿਨ ਸਿਸਟਰ ਵੀ ਕਈ ਵਾਰੀ ਕਹਿ ਦਿੰਦੇ ਨੇ ਕਿ ਜੁੜਵਾ ਭੈਣ, ਧਰਤੀ ਦੀ ਜੁੜਵਾ ਭੈਣ ਕਿਹਨੂੰ ਕਿਹਾ ਜਾਂਦਾ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ। ਵੀਨਸ, ਸ਼ੁੱਕਰ ਨੂੰ ਕਿਹਾ ਜਾਂਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 3। ਤਾਂ ਨੀਚੇ ਮੈਂ ਇਹਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ ਉਹ ਵੀ ਆਪਾਂ ਕਲੀਅਰ ਕਰਵਾਉਂਦੇ ਜਾਵਾਂਗੇ। ਤਾਂ ਇਹਨੂੰ ਮਾਰਨਿੰਗ ਸਟਾਰ ਵੀ ਕਿਹਾ ਜਾਂਦਾ, ਈਵਨਿੰਗ ਸਟਾਰ ਵੀ ਕਿਹਾ ਜਾਂਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਵੀਨਸ ਨੂੰ ਕੀ ਕਿਹਾ ਜਾਂਦਾ? ਮਾਰਨਿੰਗ ਸਟਾਰ ਵੀ ਕਿਹਾ ਜਾਂਦਾ ਅਤੇ ਈਵਨਿੰਗ ਸਟਾਰ ਵੀ ਕਿਹਾ ਜਾਂਦਾ। ਤਾਂ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਮਾਰਨਿੰਗ ਸਟਾਰ ਕਿਹੜਾ ਹੈ, ਇਹਨਾਂ 'ਚੋਂ ਕਿਹੜਾ ਗ੍ਰਹਿ ਮਾਰਨਿੰਗ ਸਟਾਰ ਹੈ, ਤਾਂ ਵੀਨਸ। ਈਵਨਿੰਗ ਸਟਾਰ ਵੀ ਵੀਨਸ। ਇਹ ਤੁਸੀਂ ਯਾਦ ਰੱਖਣਾ। ਤਾਂ ਜਿੰਨੇ ਵੀ ਆਪਾਂ ਫੈਕਟ ਨੇ ਉਹ ਵੀ ਆਪਾਂ ਨਾਲ ਕਲੀਅਰ ਕਰਵਾਉਂਦੇ ਜਾਵਾਂਗੇ। 15 ਕੁਐਸਚਨਸ ਦੇ ਨਾਲ ਨਾਲ ਆਪਾਂ 30 ਤੋਂ ਵੀ ਜ਼ਿਆਦਾ ਕੁਐਸਚਨ ਆਪਾਂ ਕਵਰ ਕਰ ਲਾਂਗੇ, ਠੀਕ ਹੈ ਜੀ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਕਾਂਗਰਸ ਦੀ ਸਥਾਪਨਾ ਕਦੋਂ ਹੋਈ? ਵੈਨ ਵਾਜ ਦੀ ਇੰਡੀਅਨ ਨੈਸ਼ਨਲ ਕਾਂਗਰਸ ਫਾਰਮਡ? 1886, 1885, 1935 ਜਾਂ 1880? ਤਾਂ ਕਾਂਗਰਸ ਇੱਕ ਬਹੁਤ ਇੰਪੋਰਟੈਂਟ ਸੰਸਥਾ ਹੈ ਆਪਣੀ, ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਹੈ ਜੀ। ਤਾਂ ਇਹਦੇ ਬਾਰੇ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ ਅਕਸਰ ਹੀ, ਤਾਂ ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਸਟੈਟਿਕ ਜੀਕੇ ਦਾ ਇੱਕ ਇੱਕ ਕੁਐਸਚਨ ਤੁਸੀਂ ਨਾਲ ਨਾਲ ਨੋਟ ਜ਼ਰੂਰ ਕਰਦੇ ਜਾਇਓ, ਆਪਣੇ ਨੋਟਸ ਖੁਦ ਬਣਾਓ। ਇਹ ਮੈਂ ਤੁਹਾਨੂੰ ਵਾਰ-ਵਾਰ ਰਿਕਮੈਂਡ ਕਰਦਾ, ਠੀਕ ਹੈ ਜੀ। ਤਾਂ ਜੇਕਰ ਤੁਸੀਂ ਨੋਟਸ ਖੁਦ ਬਣਾਓਗੇ ਤਾਂ ਤੁਹਾਡੀ ਜਿਹੜੇ ਵਧੀਆ ਤਰੀਕੇ ਨਾਲ ਤੁਹਾਡੇ ਰਿਕਾਲ ਕਰਨ ਦੀ ਜਿਹੜੀ ਮੈਮਰੀ ਹੈ ਤੁਹਾਡੀ ਉਹ ਵਧੀਆ ਬਣ ਜੂ, ਠੀਕ ਹੈ। ਤੁਹਾਡੀ ਯਾਦਾਸ਼ਤ ਮਤਲਬ ਵਧੀਆ ਤੁਹਾਡੇ ਯਾਦ ਹੋਣ ਲੱਗ ਜੂ ਇਹ। ਤਾਂ ਕਾਂਗਰਸ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਓ। 1885 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਕਾਂਗਰਸ ਦੀ। ਤਾਂ ਆਨਸਰ ਨੰਬਰ 2। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਕਾਂਗਰਸ ਦੇ ਮਤਲਬ ਫਾਊਂਡਰ ਕੌਣ ਹੈ? ਤਾਂ ਇਹ ਐਲਨ ਓਕਟੇਵੀਅਨ ਹਿਊਮ। ਇਹਨੂੰ ਏ.ਓ. ਹਿਊਮ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਏ.ਓ. ਹਿਊਮ ਵੀ ਇਹਨੂੰ ਕਿਹਾ ਜਾਂਦਾ ਹੈ। ਅਤੇ ਇਹਦਾ ਪੂਰਾ ਨਾਮ ਹੈਗਾ ਐਲਨ ਓਕਟੇਵੀਅਨ ਹਿਊਮ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਤਾਂ ਹਰ ਇੱਕ ਪੱਖ ਆਪਾਂ ਕਲੀਅਰ ਕਰਦੇ ਜਾਵਾਂਗੇ, ਠੀਕ ਹੈ ਜੀ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਕਿਹੜਾ ਅਨੁਛੇਦ ਛੂਆ-ਛੂਤ ਦੇ ਵਿਰੁੱਧ ਅਧਿਕਾਰ ਨਾਲ ਸੰਬੰਧਿਤ ਹੈ? ਵਿਚ ਆਰਟੀਕਲ ਇਜ਼ ਰਿਲੇਟਡ ਟੂ ਅਨਟੱਚੇਬਿਲਿਟੀ? ਇਹ ਜਿਹੜਾ ਆਰਟੀਕਲ ਹੈ ਇਹ ਇੰਨੇ ਕੁ ਵਾਰ ਪੁੱਛਿਆ ਗਿਆ, ਇਹ ਹਰ ਇੱਕ ਪੇਪਰ 'ਚ ਹੀ ਪੁੱਛਿਆ ਜਾਂਦਾ।
UPSC SSC, ठीक है जी, जिन्ने भी इंडिया ਲੈਵਲ ਦੇ ਵੀ ਪੇਪਰ ਹੁੰਦੇ ਨੇ ਨਾ, ਤਾਂ ਉਹਨਾਂ ਵਿੱਚ ਇਹ ਆਰਟੀਕਲ ਬਾਰੇ ਪੁੱਛਿਆ ਹੀ ਜਾਂਦਾ 100%, ਠੀਕ ਹੈ ਜੀ। ਤੁਹਾਨੂੰ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ ਇਹ ਪੁੱਛਿਆ ਜਾ ਸਕਦਾ ਅੱਗੇ ਵੀ, ਕਿਉਂਕਿ ਪਹਿਲਾਂ ਤਾਂ ਇਹ ਬਹੁਤ ਵਾਰ ਪੁੱਛਿਆ ਗਿਆ ਪੰਜਾਬ ਦੇ ਪੇਪਰਾਂ ਦੇ ਵਿੱਚ, ਹਰ ਇੱਕ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ, ਠੀਕ ਹੈ ਜੀ। ਪੋਲਿਟੀ ਦਾ ਸਵਾਲ ਹੈ ਇਹ, ਵਿਚ ਆਰਟੀਕਲ ਇਜ਼ ਰਿਲੇਟਡ ਟੂ ਅਨਟੱਚੇਬਿਲਿਟੀ, ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, 17 ਹੈਗਾ। ਆਰਟੀਕਲ 17 ਅਨਟੱਚੇਬਿਲਿਟੀ ਦੇ ਨਾਲ ਰਿਲੇਟਡ ਹੈ, ਇਹ ਤੁਸੀਂ ਯਾਦ ਰੱਖੋ, ਆਪਣੇ ਮਾਈਂਡ ਦੇ ਵਿੱਚ ਇਹ ਬਿਠਾ ਲਓ, ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਆਰਟੀਕਲ ਨੰਬਰ 17। ਤਾਂ ਮੈਂ ਜਿਹੜੇ ਵੀ ਕੁਐਸਚਨ ਦੇ ਵਿੱਚ ਮੈਂ ਕਵਰ ਕਰਵਾਈ ਜਾਂਦਾ, ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਓ, ਅਤੇ ਜਿੰਨੇ ਵੀ ਫੈਕਟਰ ਨੇ ਉਹ ਵੀ ਨੋਟ ਕਰ ਲਓ, ਕਿਉਂਕਿ ਇਹ ਕੁਐਸਚਨ ਬਹੁਤ ਵਾਰੀ ਆਏ ਹੋਏ ਨੇ ਅਤੇ ਅੱਗੇ ਵੀ ਤੁਹਾਨੂੰ ਪੁੱਛੇ ਜਾਣਗੇ। ਰਾਸ਼ਟਰਪਤੀ ਨੂੰ ਕੌਣ ਸਹੁੰ ਚੁਕਾਉਂਦਾ ਹੈ? ਹੂ ਪੇ ਆਫ ਦੀ ਓਥ ਟੂ ਪ੍ਰੈਜ਼ੀਡੈਂਟ? ਵਾਈਸ ਪ੍ਰੈਜ਼ੀਡੈਂਟ, ਚੀਫ ਜਸਟਿਸ ਆਫ ਇੰਡੀਆ, ਪ੍ਰਾਈਮ ਮਿਨਿਸਟਰ ਜਾਂ ਗਵਰਨਰ? ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ? ਜਦੋਂ ਰਾਸ਼ਟਰਪਤੀ ਦੀ ਅਪੋਇੰਟਮੈਂਟ ਹੁੰਦੀ ਹੈ, ਮਤਲਬ ਰਾਸ਼ਟਰਪਤੀ ਨੂੰ ਜਦੋਂ ਚੁਣਿਆ ਜਾਂਦਾ, ਅਪੋਇੰਟਮੈਂਟ ਨਹੀਂ ਸੌਰੀ, ਜਦੋਂ ਇਹਨੂੰ ਚੁਣਿਆ ਜਾਂਦਾ ਬਕਾਇਦਾ ਇਲੈਕਸ਼ਨ ਦੇ ਥਰੂ, ਤਾਂ ਇਹਨੂੰ ਉਸ ਤੋਂ ਬਾਅਦ ਸਹੁੰ ਚੁਕਾਈ ਜਾਂਦੀ ਹੈ। ਮਤਲਬ ਜਦੋਂ ਇਹ ਆਪਣੀ ਚੇਅਰ ਦੇ ਉੱਤੇ ਬੈਠਦਾ ਉਸ ਤੋਂ ਪਹਿਲਾਂ ਇਹਨੂੰ ਸਹੁੰ ਚੁਕਾਈ ਜਾਂਦੀ ਹੈ। ਸਹੁੰ ਇਹਨੂੰ ਇਹ ਵੀ ਕਈ ਵਾਰੀ ਪੁੱਛਿਆ ਜਾਂਦਾ ਕਿ ਕਿਹੜੀ ਚੀਜ਼ ਦੀ ਇਹਨੂੰ ਸਹੁੰ ਚੁਕਾਈ ਜਾਂਦੀ ਹੈ, ਤਾਂ ਇਹਨੂੰ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ ਹੈ, ਤੁਸੀਂ ਯਾਦ ਰੱਖਣਾ, ਇਹਨੂੰ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ ਹੈ। ਕਈ ਵਾਰੀ ਇਹ ਵੀ ਕੁਐਸਚਨ ਆਇਆ ਹੋਇਆ ਬਹੁਤ ਵਾਰੀ ਕਿ ਇਹ ਦੱਸੋ ਕਿ ਰਾਸ਼ਟਰਪਤੀ ਨੂੰ ਸਹੁੰ ਕਿਹੜੀ ਚੀਜ਼ ਦੀ ਚੁਕਾਈ ਜਾਂਦੀ ਹੈ, ਤਾਂ ਇਹ ਚੁਕਾਈ ਜਾਂਦੀ ਹੈ ਸੰਵਿਧਾਨ ਦੀ, ਕੌਨਸਟੀਟਿਊਸ਼ਨ ਦੀ ਇਹਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਮੈਂ ਸੰਵਿਧਾਨ ਦੀ ਮਤਲਬ ਹਿਫਾਜ਼ਤ ਕਰੂੰਗਾ, ਠੀਕ ਹੈ ਜੀ। ਤਾਂ ਜਦੋਂ ਇਹਦਾ ਮਤਲਬ ਜਦੋਂ ਇਹਨੂੰ ਆਪਾਂ ਕਹਿੰਦੇ ਹਾਂ ਕਿ ਆਪਣੇ ਇਹਦੇ ਪਦ ਤੋਂ ਹਟਾਇਆ ਜਾਂਦਾ, ਮਹਾਦੋਸ਼ ਦਾ ਪ੍ਰਸਤਾਵ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲਗਾ ਕੇ, ਤਾਂ ਇਹਦੀ ਇੰਪੀਚਮੈਂਟ ਹੁੰਦੀ ਹੈ ਫਰਦਰ, ਠੀਕ ਹੈ ਜੀ, ਉਸ ਤੋਂ ਬਿਨਾਂ ਨਹੀਂ ਇਹਨੂੰ ਹਟਾ ਸਕਦੇ। ਤਾਂ ਇੰਪੀਚਮੈਂਟ ਵੀ ਇਹਦੀ ਕੌਨਸਟੀਟਿਊਸ਼ਨ ਦੇ ਬੇਸ 'ਤੇ ਹੁੰਦੀ ਹੈ ਕਿ ਇਹਨੇ ਕੌਨਸਟੀਟਿਊਸ਼ਨ ਦੀ ਵਾਇਲੇਸ਼ਨ ਕੀਤੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹ ਪੁੱਛਿਆ ਜਾਂਦਾ ਬਹੁਤ ਵਾਰ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਚੀਫ ਜਸਟਿਸ ਆਫ ਇੰਡੀਆ, ਠੀਕ ਹੈ ਜੀ। ਤਾਂ ਇਹ ਸੁਪਰੀਮ ਕੋਰਟ ਦਾ ਸੀਨੀਅਰ ਮੋਸਟ ਜੱਜ ਹੁੰਦਾ ਹੈਗਾ, ਚੀਫ ਜਸਟਿਸ ਆਫ ਇੰਡੀਆ। ਇਹ ਰਾਸ਼ਟਰਪਤੀ ਨੂੰ ਸਹੁੰ ਚੁਕਾਉਂਦਾ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਕੁਐਸਚਨ ਹੈ, ਰਣਥੰਭੌਰ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ? ਰਣਥੰਭੌਰ ਨੈਸ਼ਨਲ ਪਾਰਕ ਲੋਕੇਟਡ ਇਨ ਵਿਚ ਸਟੇਟ? ਰਾਜਸਥਾਨ, ਹਰਿਆਣਾ, ਪੰਜਾਬ ਜਾਂ ਉੱਤਰਾਖੰਡ? ਤਾਂ ਆਪਣੇ ਹਰ ਇੱਕ ਸੈਸ਼ਨ ਦੇ ਵਿੱਚ ਤੁਹਾਨੂੰ ਹਰ ਇੱਕ ਟਾਈਪ ਦਾ ਕੁਐਸਚਨ ਮਿਲੂਗਾ, ਜਿਵੇਂ ਤੁਹਾਨੂੰ ਪੇਪਰ ਆਉਂਦਾ, ਜਿਹੜੇ ਹਿਸਾਬ ਨਾਲ ਤੁਹਾਨੂੰ ਪੇਪਰ ਆਉਂਦਾ, ਤਾਂ ਤੁਹਾਨੂੰ ਆਪਣੀ ਸੀਰੀਜ਼ ਲਗਾ ਕੇ ਤੁਹਾਨੂੰ ਪੇਪਰ ਦੀ ਫੀਲ ਆਊ ਕਿ ਅਸੀਂ ਇੱਕ ਪੇਪਰ ਦੇ ਰਹੇ ਹਾਂ, ਠੀਕ ਹੈ ਜੀ। ਕਿਉਂਕਿ ਇਹ 'ਚ ਹਰ ਇੱਕ ਵੈਰਾਈਟੀ ਦਾ ਕੁਐਸਚਨ ਤੁਹਾਨੂੰ ਮਿਲੂਗਾ, ਅਤੇ ਇਹ ਨਹੀਂ ਕਿ ਕੋਈ ਕੁਐਸਚਨ ਫਾਲਤੂ ਹੈ, ਹਰ ਇੱਕ ਕੁਐਸਚਨ ਤੁਹਾਨੂੰ ਉਹ ਮਿਲੂਗਾ ਜਿਹੜਾ ਕਿ ਘੱਟੋ ਘੱਟ 10 ਤੋਂ 12 ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ, ਠੀਕ ਹੈ ਜੀ। ਤਾਂ ਹਰ ਇੱਕ ਵੈਰਾਈਟੀ ਦੇ ਕੁਐਸਚਨ ਤੁਹਾਨੂੰ ਆਪਣੀ ਸੀਰੀਜ਼ ਦੇ ਵਿੱਚ ਮਿਲਣਗੇ, ਤਾਂ ਹਰ ਕਿਸੇ ਵੀ ਸੀਰੀਜ਼ ਨੂੰ ਮਿਸ ਨਾ ਕਰਿਓ, ਠੀਕ ਹੈ ਜੀ, ਜੇਕਰ ਤੁਸੀਂ ਪੇਪਰ ਨੂੰ ਕਰੈਕ ਕਰਨਾ ਚਾਹੁੰਦੇ ਹੋ। ਤਾਂ ਰਣਥੰਭੌਰ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ? ਤਾਂ ਇਹਨੂੰ ਯਾਦ ਕਰਨ ਦਾ ਤਰੀਕਾ ਹੈ ਕਿ ਰਣਥੰਭੌਰ, ਤੁਸੀਂ ਇਹਨੂੰ ਪੜ੍ਹ ਕੇ ਦੇਖੋ, ਰਣਥੰਭੌਰ ਇੱਕ ਮਤਲਬ ਇੱਕ ਬਹੁਤ ਰਾਜਾ ਮਹਾਰਾਜਾ ਵਾਲਾ ਨਾਂ ਹੈਗਾ, ਬਹੁਤ ਇੱਕ ਮਤਲਬ ਜਿਹਨੂੰ ਆਪਾਂ ਕਹਿੰਦੇ ਧਾਕੜ ਜਿਹਾ ਨਾਂ ਹੈਗਾ, ਠੀਕ ਹੈ ਜੀ, ਰਣਥੰਭੌਰ। ਤਾਂ ਰਣਥੰਭੌਰ ਕਿਹਦੇ ਨਾਲ ਰਿਲੇਟਡ ਹੈ? ਰਾਜਸਥਾਨ, ਇਹ ਤੁਸੀਂ ਯਾਦ ਰੱਖਣਾ, ਆਰ ਫॉर ਰਾਜਸਥਾਨ, ਆਰ ਫॉर ਰਣਥੰਭੌਰ। ਰਣਥੰਭੌਰ ਤੋਂ ਵੈਸੇ ਵੀ ਤੁਸੀਂ ਤੁਹਾਡੇ ਯਾਦ ਹੋ ਜੂ, ਰਣਥੰਭੌਰ ਕਿਲ੍ਹਾ ਵੀ ਹੈ, ਠੀਕ ਹੈ ਜੀ। ਤਾਂ ਰਾਜਸਥਾਨ ਇੱਕ ਕਿਲ੍ਹਿਆਂ ਦਾ ਮਤਲਬ ਇੱਕ ਰਾਜਿਆਂ ਮਹਾਰਾਜਿਆਂ ਦਾ ਆਪਾਂ ਸਟੇਟ ਕਹਿ ਸਕਦੇ ਹਾਂ। ਤਾਂ ਰਣਥੰਭੌਰ ਨੈਸ਼ਨਲ ਪਾਰਕ ਕਿੱਥੇ ਹੈਗਾ? ਰਾਜਸਥਾਨ ਦੇ ਵਿੱਚ, ਠੀਕ ਹੈ ਜੀ। ਤਾਂ ਇੱਕ ਧਾਕੜ ਜਿਹਾ ਨਾਮ ਹੈ, ਤਾਂ ਧਾਕੜ ਜੇ ਨਾਮ ਮਤਲਬ ਰਾਜਸਥਾਨ ਦੇ ਵਿੱਚ ਰਾਜਪੂਤ ਰਾਜੇ ਰਾਜ ਕਰਦੇ ਨੇ, ਰਾਜ ਕਰਦੇ ਸੀ ਅਤੇ ਰਾਜ ਕਰਦੇ ਵੀ ਨੇ, ਠੀਕ ਹੈ ਜੀ। ਤਾਂ ਰਣਥੰਭੌਰ ਰਿਲੇਟਡ ਟੂ ਰਾਜਸਥਾਨ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜਾ ਅਨੁਛੇਦ ਪਾਰਲੀਮੈਂਟ ਨਾਲ ਸੰਬੰਧਿਤ ਹੈ? ਵਿਚ ਆਰਟੀਕਲ ਇਜ਼ ਰਿਲੇਟਡ ਟੂ ਪਾਰਲੀਮੈਂਟ? ਹੁਣ ਇਹ ਕੁਐਸਚਨ ਦੇ ਵਿੱਚ ਤੁਹਾਨੂੰ ਮੈਂ 2 ਤੋਂ 3 ਕੁਐਸਚਨ ਈਜ਼ੀਲੀ ਮੈਂ ਅਟੈਂਪਟ ਕਰਵਾ ਦੂੰਗਾ, ਠੀਕ ਹੈ ਜੀ। ਤਾਂ ਪਾਰਲੀਮੈਂਟ ਆਪਣੀ ਦੋ ਨੂੰ ਮਤਲਬ ਜਿਹੜੇ 2 ਸਦਨ ਆਪਣੇ ਉਹਨੂੰ ਬਣਾ ਕੇ ਬਣਦੀ ਹੈਗੀ, ਉਹਨੂੰ ਮਿਲਾ ਕੇ ਲੋਕ ਸਭਾ ਪਲੱਸ ਰਾਜ ਸਭਾ, ਠੀਕ ਹੈ ਜੀ। ਵੈਸੇ ਤਾਂ 3 ਨੂੰ ਮਿਲਾ ਕੇ ਬਣਦੀ ਹੈ, ਇਹਦੇ 'ਚ ਪ੍ਰੈਜ਼ੀਡੈਂਟ ਵੀ ਆਪਣਾ ਆ ਜਾਂਦਾ, ਠੀਕ ਹੈ ਜੀ, ਲੋਕ ਸਭਾ, ਰਾਜ ਸਭਾ ਅਤੇ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਜਿਹੜੀ ਆਰਟੀਕਲ 79 ਹੈ, ਇਹ ਆਪਣੀ ਪਾਰਲੀਮੈਂਟ ਨਾਲ ਸੰਬੰਧਿਤ ਹੈ, ਅਤੇ 80 ਕਾਹਦੇ ਨਾਲ ਸੰਬੰਧਿਤ ਹੈ? ਰਾਜ ਸਭਾ ਨਾਲ, ਅਤੇ 81 ਕਾਹਦੇ ਨਾਲ ਸੰਬੰਧਿਤ ਹੈ? ਲੋਕ ਸਭਾ ਨਾਲ, ਠੀਕ ਹੈ ਜੀ। ਇਹਨੂੰ ਯਾਦ ਕਰਨ ਦਾ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਪਾਰਲੀਮੈਂਟ ਆਊ, ਸੀਰੀਜ਼ ਦੇ ਵਿੱਚ ਆਰਟੀਕਲ ਨੇ ਇਹ, ਸਭ ਤੋਂ ਪਹਿਲਾਂ ਪਾਰਲੀਮੈਂਟ ਆ ਗਈ, ਉਸ ਤੋਂ ਬਾਅਦ ਪਹਿਲਾਂ ਵੱਡਾ ਸਦਨ ਆਊ, ਜਿਹਨੂੰ ਆਪਾਂ ਹਾਊਸ ਆਫ ਐਲਡਰਸ ਵੀ ਕਹਿ ਦਿੰਦੇ ਹਾਂ, ਵੱਡਿਆਂ ਦਾ ਸਦਨ, ਠੀਕ ਹੈ ਜੀ। ਤਾਂ ਉਹ ਆਏਗਾ ਰਾਜ ਸਭਾ। ਉਸ ਤੋਂ ਬਾਅਦ ਲੋਕਾਂ ਦਾ ਸਦਨ ਆਊ, ਛੋਟਾ ਸਦਨ 81 'ਤੇ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਰਾਜ ਸਭਾ ਆਊ, ਫਿਰ ਲੋਕ ਸਭਾ ਆਊ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਊਗੀ ਪਾਰਲੀਮੈਂਟ। ਪਾਰਲੀਮੈਂਟ ਕਿਹਨੂੰ ਮਿਲਾ ਕੇ ਬਣਦੇ? ਰਾਜ ਸਭਾ ਅਤੇ ਲੋਕ ਸਭਾ ਨੂੰ। ਤਾਂ ਸਭ ਤੋਂ ਪਹਿਲਾਂ ਰਾਜ ਸਭਾ ਆਊ, ਲੋਕ ਸਭਾ ਨਹੀਂ ਆਉਂਦਾ, ਕਿਉਂਕਿ ਵੱਡਾ ਸਦਨ ਰਾਜ ਸਭਾ ਹੈ। ਤਾਂ ਆਰਟੀਕਲ ਨੰਬਰ 80 ਰਾਜ ਸਭਾ,
81 ਲੋਕ ਸਭਾ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤੇ ਪ੍ਰੈਜ਼ੀਡੈਂਟ ਦਾ ਆਰਟੀਕਲ ਕਿੰਨਾ ਹੈ? 52। ਆਰਟੀਕਲ 52 ਕਿਹਦੇ ਨਾਲ ਸੰਬੰਧਿਤ ਹੈ? ਪ੍ਰੈਜ਼ੀਡੈਂਟ ਨਾਲ। ਤਾਂ ਇਹ ਦੇਖ ਲਓ ਆਪਣੇ 3 ਤੋਂ 4 ਕੁਐਸਚਨ ਆਪਣੇ ਕਵਰ ਹੋ ਗਏ। ਠੀਕ ਹੈ ਜੀ, ਇਸ ਤਰ੍ਹਾਂ ਕਰਕੇ ਆਪਾਂ ਬਹੁਤ ਕੁਐਸਚਨ ਕਵਰ ਕਰਨੇ ਆ। ਘੱਟੋ ਘੱਟ 500 ਤੋਂ 600 ਕੁਐਸਚਨ ਆਪਾਂ ਕਵਰ ਕਰਨਾ ਆਪਣੀਆਂ ਸਾਰੀਆਂ ਜਿੰਨੀਆਂ ਵੀ ਸੀਰੀਜ਼ ਆਪਣੀਆਂ ਲਾਂਚ ਹੋਣਗੀਆਂ। ਤਾਂ 20 ਦੇ ਨੇੜੇ ਤੇੜੇ ਆਪਾਂ ਸੀਰੀਜ਼ ਇਹ ਲਾਂਚ ਕਰਾਂਗੇ ਸਟੈਟਿਕ ਜੀਕੇ ਦੀਆਂ। 20 ਸੀਰੀਜ਼ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਆਪਾਂ 500-600 ਕੁਐਸਚਨ ਆਪਾਂ ਟਾਰਗੇਟ ਲੈ ਕੇ ਚੱਲਾਂਗੇ। ਤਾਂ ਜੇਕਰ ਤੁਸੀਂ ਨਾਲ ਨਾਲ ਆਪਣੇ ਬਣੇ ਰਹੋ ਤੇ ਹਰ ਇੱਕ ਫੈਕਟ ਆਪਣਾ ਕਲੀਅਰ ਕਰਦੇ ਰਹੋ ਤਾਂ ਇਹਦਾ ਆਨਸਰ ਨੰਬਰ 1 ਆਊਗਾ। 80 ਆ ਗਿਆ ਰਾਜ ਸਭਾ ਤੇ 81 ਆ ਗਿਆ ਲੋਕ ਸਭਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਦਿੰਦਾ ਹੈ? ਪ੍ਰੈਜ਼ੀਡੈਂਟ ਗਿਵ ਹਿਜ਼ ਰੈਜ਼ੀਗਨੇਸ਼ਨ ਟੂ ਹੋਮ? ਵਾਈਸ ਪ੍ਰੈਜ਼ੀਡੈਂਟ, ਚੀਫ ਜਸਟਿਸ ਆਫ ਇੰਡੀਆ, ਸਪੀਕਰ ਜਾਂ ਪ੍ਰਾਈਮ ਮਿਨਿਸਟਰ। ਠੀਕ ਹੈ ਜੀ, ਤਾਂ ਇਹ ਆਪਣਾ ਰੈਜ਼ੀਗਨੇਸ਼ਨ ਕਿਹਨੂੰ ਦਿੰਦਾ? ਇਹਨੂੰ ਯਾਦ ਕਰਨ ਦਾ ਬਹੁਤ ਸੌਖਾ ਤਰੀਕਾ ਹੈ। ਠੀਕ ਹੈ ਜੀ, ਇਹ ਕੁਐਸਚਨ ਦੇ ਵਿੱਚ ਬੱਚੇ ਵਾਰ-ਵਾਰ ਕਨਫਿਊਜ਼ ਹੁੰਦੇ ਨੇ। ਤਾਂ ਅੱਜ ਇਹ ਕੁਐਸਚਨ ਜੇ ਤੁਸੀਂ ਯਾਦ ਤੁਹਾਡੇ ਹੋ ਗਿਆ, ਤੁਸੀਂ ਪੂਰੀ ਲਾਈਫ ਇਹ ਕੁਐਸਚਨ ਨਹੀਂ ਭੁੱਲਦੇ। ਠੀਕ ਹੈ ਜੀ, ਤੇ ਇਹ ਮੈਂ ਤੁਹਾਨੂੰ ਯਾਦ ਕਰਵਾ ਦਿੰਦਾ। ਠੀਕ ਹੈ ਜੀ, ਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਵਾਈਸ ਪ੍ਰੈਜ਼ੀਡੈਂਟ। ਠੀਕ ਹੈ ਜੀ, ਤਾਂ ਵਾਈਸ ਪ੍ਰੈਜ਼ੀਡੈਂਟ ਅਸਤੀਫਾ ਕਿਹਨੂੰ ਦਿੰਦਾ ਹੈ? ਪ੍ਰੈਜ਼ੀਡੈਂਟ ਨੂੰ। ਪ੍ਰੈਜ਼ੀਡੈਂਟ ਅਸਤੀਫਾ ਕਿਹਨੂੰ ਦਿੰਦਾ ਹੈ? ਵਾਈਸ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਬਸ ਇਹ ਯਾਦ ਰੱਖਣਾ ਤੁਸੀਂ। ਤਾਂ ਵਾਈਸ ਪ੍ਰੈਜ਼ੀਡੈਂਟ ਕਿਹਨੂੰ ਦਿੰਦਾ ਹੈ ਅਸਤੀਫਾ? ਆਪਣਾ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਦਿੰਦਾ ਉਪ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਇਸੇ ਤਰ੍ਹਾਂ ਨਾਲ ਤੁਸੀਂ ਤੁਹਾਡੇ ਯਾਦ ਹੋ ਗਿਆ, ਤੁਸੀਂ ਹੁਣ ਨਹੀਂ ਭੁੱਲਦੇ। ਠੀਕ ਹੈ ਜੀ, ਰਾਸ਼ਟਰਪਤੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਮੁਸਲਿਮ ਲੀਗ ਕਦੋਂ ਹੋਂਦ ਵਿੱਚ ਆਈ? ਵੈਨ ਮੁਸਲਿਮ ਲੀਗ ਫਾਰਮਡ? 1907, 1906, 1905 ਜਾਂ 1919? ਤਾਂ ਇਹੋ ਜਿਹੇ ਕੁਐਸਚਨ ਬਹੁਤ ਆਉਂਦੇ ਨੇ ਜਿਹਦੇ ਵਿੱਚ ਜਦੋਂ ਤੁਹਾਨੂੰ ਇਕੱਲੇ ਸਨ ਪਾ ਦਿੰਦੇ ਨੇ ਨਾ ਤਾਂ ਉੱਥੇ ਤੁਸੀਂ ਬਹੁਤ ਕਨਫਿਊਜ਼ ਹੁੰਦੇ ਹੋ। ਠੀਕ ਹੈ ਜੀ, ਤਾਂ ਇਹੋ ਜਿਹੇ ਕੁਐਸਚਨ ਕਨਫਿਊਜ਼ਿੰਗ ਬਹੁਤ ਆਉਂਦੇ ਨੇ। ਮੁਸਲਿਮ ਲੀਗ ਤੁਸੀਂ ਹੁਣ ਆਪਣਾ ਰੱਟ ਲਓ, 1906 ਵਿੱਚ ਇਹਦੀ ਸਥਾਪਨਾ ਹੋਈ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2 ਆਊਗਾ। ਤੇ ਕਈ ਵਾਰੀ ਇਹਦੇ ਫਾਊਂਡਰ ਪੁੱਛ ਲੈਂਦੇ ਨੇ, ਤਾਂ ਆਗਾ ਖਾਨ ਤੇ ਸਲੀਮੁੱਲਾ ਖਾਨ। ਆਗਾ ਖਾਨ ਤੇ ਸਲੀਮੁੱਲਾ ਖਾਨ ਇਹਦੇ ਫਾਊਂਡਰ ਨੇ ਜਿਨ੍ਹਾਂ ਨੇ ਮੁਸਲਿਮ ਲੀਗ ਦੀ ਸਥਾਪਨਾ ਕੀਤੀ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕ ਕੌਣ ਸਨ? ਹੂ ਵਾਜ਼ ਦੀ ਫਾਊਂਡਰ ਆਫ ਪੰਜਾਬ ਨੈਸ਼ਨਲ ਬੈਂਕ? ਇਹ ਕੁਐਸਚਨ PPSC ਦੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ, ਬਹੁਤ ਇੰਪੋਰਟੈਂਟ ਹੈ, ਅੱਗੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਠੀਕ ਹੈ ਜੀ, ਤਾਂ ਆਪਾਂ ਇੱਕ ਵੀ ਕੁਐਸਚਨ ਤੁਹਾਡੇ ਲਈ ਫਾਲਤੂ ਨਹੀਂ ਲੈ ਕੇ ਆਉਂਦੇ ਜਿਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਵੇ। ਸਾਰੇ ਕੁਐਸਚਨ ਮੈਂ ਪਿਛਲੇ ਪੇਪਰਾਂ ਦਾ ਐਨਾਲਿਸਿਸ ਕਰਕੇ, ਠੀਕ ਹੈ ਜੀ, ਜਿਹੜੇ ਕੁਐਸਚਨ ਘੱਟੋ ਘੱਟ 8 ਤੋਂ 10 ਵਾਰ ਪੁੱਛੇ ਗਏ ਨੇ ਉਹ ਕੁਐਸਚਨ ਤੁਹਾਡੇ ਅੱਗੇ ਲੈ ਕੇ ਆਊਂਗਾ ਤਾਂ ਕਿ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਹੋ ਸਕੇ, ਕਿਉਂਕਿ ਇਹੀ ਕੁਐਸਚਨ ਨੇ ਜਿਹੜੇ ਵਾਰ-ਵਾਰ ਪੁੱਛੇ ਜਾਂਦੇ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਲਾਲਾ ਲਾਜਪਤ ਰਾਏ ਇਹਦੇ ਫਾਊਂਡਰ ਨੇ, ਇਹ ਤੁਸੀਂ ਯਾਦ ਰੱਖਣਾ, ਇਹ ਗੱਲ ਦਿਮਾਗ 'ਚ ਬਿਠਾ ਲਿਓ। ਲਾਲਾ ਲਾਜਪਤ ਰਾਏ ਪੰਜਾਬ ਨੈਸ਼ਨਲ ਬੈਂਕ ਦੇ ਫਾਊਂਡਰ ਨੇ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਗਿਆ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਵਿਟਾਮਿਨ ਸੀ ਦਾ ਵਿਗਿਆਨਕ ਨਾਮ ਕੀ ਹੈ? ਵਾਟ ਇਜ਼ ਦੀ ਸਾਇੰਟੀਫਿਕ ਨੇਮ ਆਫ ਵਿਟਾਮਿਨ ਸੀ? ਰੈਟੀਨੋਲ, ਐਸਕੋਰਬਿਕ ਐਸਿਡ, ਸਕਰਵੀ ਜਾਂ ਬੇਰੀ? ਤਾਂ ਹੁਣ ਤੁਸੀਂ ਇਹ ਦੇਖ ਲਓ ਕਿ ਇਹ ਵਿਟਾਮਿਨ ਸੀ, ਠੀਕ ਹੈ ਜੀ, ਇਹ ਮਤਲਬ ਜਿੰਨੇ ਵੀ ਤੁਹਾਡੇ ਸਟੈਟਿਕ ਜੀਕੇ ਦੇ ਪੋਰਸ਼ਨ ਨੇ, ਵਿਟਾਮਿਨਸ ਹੋ ਗਏ, ਆਪਣਾ ਸੋਲਰ ਸਿਸਟਮ ਹੋ ਗਿਆ, ਜਿੱਥੋਂ ਵੀ ਤੁਹਾਨੂੰ ਕੁਐਸਚਨ ਵਾਰ-ਵਾਰ ਪੁੱਛੇ ਜਾਂਦੇ ਨੇ ਉਹ ਆਪਾਂ ਸਾਰੇ ਕਲੀਅਰ ਕਰਾਂਗੇ। ਠੀਕ ਹੈ ਜੀ, ਧਰਤੀ ਦੀਆਂ ਪਰਤਾਂ ਹੋ ਗਈਆਂ, ਆਪਣਾ ਐਨਵਾਇਰਨਮੈਂਟ ਹੋ ਗਿਆ, A to Z ਜਿਹੜੇ ਆਪਣੇ ਤੁਹਾਡੇ ਪੋਰਸ਼ਨ ਨੇ ਉਹ ਆਪਾਂ ਕਲੀਅਰ ਕਰਾਂਗੇ। ਠੀਕ ਹੈ ਜੀ, ਤਾਂ ਇਹ ਦੇਖ ਲਓ ਤੁਸੀਂ, ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਐਸਕੋਰਬਿਕ ਐਸਿਡ ਇਹਦਾ ਸਾਇੰਟੀਫਿਕ ਨੇਮ ਹੈ, ਤੁਸੀਂ ਰੱਟ ਲਓ, ਬਹੁਤ ਵਾਰ ਪੁੱਛਿਆ ਗਿਆ। ਐਸਕੋਰਬਿਕ ਐਸਿਡ ਵਿਟਾਮਿਨ ਸੀ ਦਾ ਸਾਇੰਟੀਫਿਕ ਨੇਮ ਹੈ। ਜਿਹੜਾ ਸਕਰਵੀ ਹੈ, ਮਤਲਬ ਸਕਰਵੀ ਜਿਹਨੂੰ ਆਪਾਂ ਕਹਿੰਦੇ ਹਾਂ, ਸਕਰਵੀ ਵੀ ਕਹਿ ਦਿੰਦੇ, ਸਕਰਵੀ ਵੀ ਕਹਿ ਦਿੰਦੇ, ਇਹਦੀ ਪ੍ਰੋਨਾਂਸੀਏਸ਼ਨ ਅਲੱਗ-ਅਲੱਗ ਹੈ। ਸਕਰਵੀ ਜਿਹੜਾ ਰੋਗ ਹੈ ਇਹ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ, ਇਹ ਤੁਸੀਂ ਯਾਦ ਰੱਖਣਾ। ਸੀ ਫॉर, ਜੇ ਤੁਸੀਂ ਵਿਟਾਮਿਨ ਸੀ ਪ੍ਰੋਨਾਊਂਸ ਕਰੋਗੇ, ਸੀ ਫॉर ਸਕਰਵੀ, ਇਸ ਤਰ੍ਹਾਂ ਯਾਦ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਸਕਰਵੀ ਜਿਹੜਾ ਰੋਗ ਹੈ ਉਹ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ। ਠੀਕ ਹੈ, ਬੇਰੀ ਵਿਟਾਮਿਨ ਬੀ ਦੀ ਘਾਟ ਕਾਰਨ ਹੁੰਦਾ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2 ਆਊਗਾ। ਐਸਕੋਰਬਿਕ ਐਸਿਡ ਦਾ ਸਾਇੰਟੀਫਿਕ ਨੇਮ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਕੁਐਸਚਨ ਹੈ, ਵਿਟਾਮਿਨ ਏ ਦਾ ਵਿਗਿਆਨਕ ਨਾਮ ਕੀ ਹੈ? ਤਾਂ ਵਿਟਾਮਿਨ ਏ ਦਾ ਜਿਹੜਾ ਵਿਗਿਆਨਕ ਨਾਮ ਹੈ ਉਹ ਹੈ ਰੈਟੀਨੋਲ, ਇਹ ਤੁਸੀਂ ਯਾਦ ਰੱਖਣਾ। ਤੇ ਇੱਕ ਨਾਈਟ ਬਲਾਈਂਡਨੈਸ ਜਿਹਨੂੰ ਆਪਾਂ ਅੰਧਰਾਤਾ ਕਹਿੰਦੇ, ਇਹ ਵਿਟਾਮਿਨ ਏ ਦੀ ਘਾਟ ਕਾਰਨ ਹੁੰਦਾ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਇਹ ਤੁਸੀਂ ਦੇਖ ਲਓ ਕਿ ਆਪਾਂ ਇੱਕ ਕੁਐਸਚਨ ਦੇ ਨਾਲ 2 ਤੋਂ 3 ਕੁਐਸਚਨ ਕਵਰ ਕਰਦੇ ਹਾਂ। ਠੀਕ ਹੈ ਜੀ, ਤਾਂ ਨਾਈਟ ਬਲਾਈਂਡਨੈਸ ਅੰਧਰਾਤਾ ਜਿਹਨੂੰ ਆਪਾਂ ਕਹਿੰਦੇ, ਇਹ ਵਿਟਾਮਿਨ ਏ ਦੀ ਘਾਟ ਕਾਰਨ ਹੁੰਦਾ ਤੇ ਰੈਟੀਨੋਲ ਇਹਦਾ ਸਾਇੰਟੀਫਿਕ ਨੇਮ ਹੈ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਇਹ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਆਨਸਰ ਨੰਬਰ 1 ਆਊਗਾ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਇਹ ਆਪਣੇ ਸੈਸ਼ਨ ਦਾ ਲਾਸਟ ਕੁਐਸਚਨ ਹੈ। ਠੀਕ ਹੈ ਜੀ, ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈ? ਵਿਚ ਆਫ ਦੀ ਫੋਲੋਇੰਗ ਵਿਟਾਮਿਨ ਇਜ਼ ਨਾਟ ਫੈਟ ਸੋਲੂਬਲ?
ਇਹ ਦੋ ਟਾਈਪ ਦੇ ਵਿਟਾਮਿਨ ਹੁੰਦੇ ਨੇ, ਠੀਕ ਹੈ ਜੀ। ਇੱਕ ਤਾਂ ਹੁੰਦੇ ਨੇ ਵਾਟਰ ਸੋਲੂਬਲ, ਇੱਕ ਹੁੰਦੇ ਨੇ ਫੈਟ ਸੋਲੂਬਲ, ਠੀਕ ਹੈ ਜੀ। ਇੱਕ ਤਾਂ ਆਪਣੀ ਚਰਬੀ ਦੇ ਵਿੱਚ ਮਤਲਬ ਸਮਾ ਜਾਂਦੇ ਨੇ, ਘੁਲ ਜਾਂਦੇ ਨੇ। ਇੱਕ ਆਪਣੇ ਪਾਣੀ ਦੇ ਵਿੱਚ ਘੁਲਣਸ਼ੀਲ ਨੇ, ਮਤਲਬ ਇੱਕ ਤਾਂ ਆਪਣੇ ਸਰੀਰ ਦੇ ਵਿੱਚ ਸਟੈਟਿਕ ਸਥਿਰ ਰਹਿੰਦੇ ਨੇ ਕਿ ਇੱਕ ਵਾਰ ਜਦੋਂ ਆਪਾਂ ਉਹਨਾਂ ਨੂੰ ਲੈਣਾ ਸਟਾਰਟ ਕਰਤਾ ਵਿਟਾਮਿਨਸ ਨੂੰ, ਆਪਣੇ ਸਰੀਰ ਦੇ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ ਆਪਣੇ ਚਰਬੀ ਦੇ ਫਾਰਮ ਦੇ ਵਿੱਚ। ਬਟ ਕੁਛ ਵਿਟਾਮਿਨ ਇਹੋ ਜਿਹੇ ਨੇ ਕਿ ਉਹ ਪਾਣੀ ਦੇ ਵਿੱਚ ਨੇ, ਤਾਂ ਉਹ ਆਪਣੇ ਯੂਰਿਨ ਦੇ ਰਾਹੀਂ ਉਹ ਬਾਹਰ ਜਾਂਦੇ ਨੇ, ਠੀਕ ਹੈ ਜੀ। ਵਿਟਾਮਿਨ ਜਿਹੜੇ ਹੁੰਦੇ ਨੇ ਤਾਂ ਉਹ ਪਾਣੀ ਵਿੱਚ ਹੀ ਘੁਲਣਸ਼ੀਲ ਨੇ, ਚਰਬੀ ਦੇ ਵਿੱਚ ਘੁਲਣਸ਼ੀਲ ਨਹੀਂ ਹੈਗੇ। ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ ਤੁਸੀਂ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਕਿ ਕਿਹੜੇ ਕਿਹੜੇ ਵਿਟਾਮਿਨ ਚਰਬੀ ਦੇ ਵਿੱਚ ਘੁਲਣਸ਼ੀਲ ਨੇ ਅਤੇ ਕਿਹੜੇ ਪਾਣੀ ਵਿੱਚ, ਠੀਕ ਹੈ ਜੀ। ਤਾਂ ਇਹਨਾਂ ਵਿੱਚੋਂ ਕਿਹੜਾ ਵਿਟਾਮਿਨ ਹੈ ਜਿਹੜਾ ਨਹੀਂ ਹੈ ਘੁਲਣਸ਼ੀਲ, ਇਹ ਕੁਐਸਚਨ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਕਿ ਪੁੱਛਿਆ ਕੀ ਗਿਆ। ਤਾਂ ਨੋਟ ਪੁੱਛਿਆ ਗਿਆ ਕਿ ਕਿਹੜਾ ਨੋਟ ਹੈਗਾ, ਤਾਂ ਇਹਦਾ ਆਨਸਰ ਆਊ ਆਨਸਰ ਨੰਬਰ 4। ਵਿਟਾਮਿਨ ਸੀ ਹੈ ਜਿਹੜਾ ਇਹ ਆਪਣਾ ਚਰਬੀ ਵਿੱਚ ਘੁਲਣਸ਼ੀਲ ਨਹੀਂ ਹੈਗਾ, ਇਹ ਪਾਣੀ ਵਿੱਚ ਘੁਲਣਸ਼ੀਲ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਊਗਾ। ਤਾਂ ਕਿਹੜੇ ਕਿਹੜੇ ਵਿਟਾਮਿਨ ਨੇ ਜਿਹੜੇ ਚਰਬੀ ਦੇ ਵਿੱਚ ਘੁਲਣਸ਼ੀਲ ਨੇ, ਫੈਟ ਸੋਲੂਬਲ ਨੇ? A, D, E ਅਤੇ K। ਬਾਕੀ ਸਾਰੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਨੇ, ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਤੁਹਾਡਾ ਇੱਕ ਨੰਬਰ ਦਾ ਜਿਹੜਾ ਪੁਆਇੰਟ ਹੈ ਉਹ ਬਣਦਾ, ਇਹਨੂੰ ਤੁਸੀਂ ਨੋਟ ਕਰ ਲਿਓ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਕੰਪਲੀਟ ਕਰ ਦਿੱਤਾ ਹੈ। 15 ਕੁਐਸਚਨ ਆਪਾਂ ਲੈ ਕੇ ਆਇਆ ਕਰਾਂਗੇ। 15 ਦੇ ਨਾਲ ਨਾਲ ਆਪਾਂ 15 ਤੋਂ ਮਤਲਬ 30 ਦੇ ਨੇੜੇ ਤੇੜੇ ਕੁਐਸਚਨ ਆਪਾਂ ਕਵਰ ਕਰਿਆ ਕਰਾਂਗੇ, ਠੀਕ ਹੈ ਜੀ। ਤਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ 3 ਦਿਨ ਆਪਣੀ ਜਿਹੜੀ ਇਹ ਸੀਰੀਜ਼ ਹੈ ਇਹ ਹੋਇਆ ਕਰੂ ਲਾਂਚ ਸੁਬਾਹ 10 ਵਜੇ, ਠੀਕ ਹੈ ਜੀ। ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਸੁਬਾਹ 10 ਵਜੇ ਅਤੇ ਸ਼ਾਮ ਨੂੰ 5 ਵਜੇ ਆਪਣੀ ਪੰਜਾਬੀ ਪੇਪਰ A ਦੇ ਨਾਲ ਸੰਬੰਧਿਤ ਜਿਹੜੀ ਸੀਰੀਜ਼ ਹੈ ਉਹ ਲਾਂਚ ਹੋਇਆ ਕਰੂ। ਤਾਂ ਉਹ ਵੀ ਤੁਸੀਂ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਫਾਇਦਾ ਦੇਵੇਗੀ। ਤਾਂ ਅੱਜ ਦੀ ਜਿਹੜੀ ਵੀਡੀਓ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗਦੀ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਵਧੀਆ ਕੰਟੈਂਟ ਔਨ ਦੀ ਵੇ ਹੈ। ਅਤੇ ਸਪੈਸ਼ਲ ਸੈਸ਼ਨ ਵੀ ਆਪਾਂ ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਠੀਕ ਹੈ ਜੀ। ਤਾਂ ਜਿਹਦੇ ਵਿੱਚ ਆਪਾਂ ਤੁਹਾਡੇ ਨੈਸ਼ਨਲ ਪਾਰਕ ਜਾਂ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਪੁਆਇੰਟ ਨੇ ਉਹ ਆਪਾਂ ਕਲੀਅਰ ਕਰਾਂਗੇ, ਠੀਕ ਹੈ ਜੀ। ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।